मैं समझदा कि आखिर होने लगी अखीर कहना चाह रहे हो तुसीं? अखीर होने जी लगी डी पी जी, पंजाबी कहानी है जिहदा सरनामा है पौंतरी। मेरा नां करारदादे मकासिद है। लोकी कहंदे ने मेरी माँ कोई नहीं, प्यो बथेरे ने। ਜਦੋਂ ਲੋਕੀ ਚੀਕ ਚੀਕ ਕੇ ਕਹਿੰਦੇ ਨੇ ਕਿ ਮੇਰਾ ਵੀ 712 ਈਸਵੀ 'ਚ ਪਿਆ ਸੀ। यार क्या आमदा है यार, लोकी कहंदे ने कि मेरी माँ कोई नहीं लेकिन प्यो बथेरे ने। प्यो बथेरे। वाह, करारदादे मुकासिद दे तनादुल बई बहुत आमदा। ਬਹੁਤ ਸ਼ੁਕਰੀਆ। ਜਦੋਂ ਲੋਕੀ ਚੀਕ ਚੀਕ ਕੇ ਕਹਿੰਦੇ ਨੇ ਕਿ ਮੇਰਾ ਵੀ 712 ਈਸਵੀ 'ਚ ਪਿਆ ਸੀ ਤੇ ਮੈਨੂੰ ਦੰਦਲ ਜੇ ਪੈ ਜਾਂਦੇ ਨੇ। ਮੈਂ ਤੇ 1949 'ਚ ਬਹਿਰੇ ਅਰਬ ਦੇ ਕੰਢੇ ਜੰਮੀ ਸਾਂ। ਇਹ ਮੈਨੂੰ 1200 ਵਰਾਂ ਪਹਿਲੇ ਕਿੱਥੇ ਤਰੁਕੀ ਫਿਰਦੇ ਨੇ। ਪਰ ਲੋਕੀ ਲਾਲ ਪੀਲੇ ਹੁੰਦੇ ਨੇ, ਰਾਲਾਂ ਵਗਾਉਂਦੇ ਨੇ। ਇਹੋ ਜਿਹੀਆਂ ਲਾਲ ਲਾਲ ਤੇ ਗੋਲ ਗੋਲ ਅੱਖਾਂ ਕੱਢਦੇ ਨੇ ਕਿ ਮੈਂ ਆਪ ਘਾਬਰ ਜਾਂਦੀ ਹਾਂ। ਮੈਨੂੰ ਤੇ ਉਦੋਂ ਦੇ ਬਾਅਦ ਦਾ ਹੀ ਪਤਾ ਹੈ ਨਾ, ਜਦੋਂ ਦੀ ਮੇਰੀ ਅੱਖ ਨੇ ਵੇਖਣਾ ਸ਼ੁਰੂ ਕੀਤਾ ਹੈ। ਪਹਿਲਾਂ ਦੀ ਤੇ ਮੈਂ ਬਸ ਗੱਲਾਂ ਹੀ ਸੁਣੀਆਂ ਨੇ ਤੇ ਸਾਡਾ ਇਨਸਾਨਾਂ ਵਾਲਾ ਹਿਸਾਬ ਤੇ ਹੁੰਦਾ ਨਹੀਂ ਕਿ ਵੱਡੇ ਛੋਟਿਆਂ ਨੂੰ ਦੱਸਣ ਬਈ ਤੁਹਾਡੇ ਪਹਿਲੋਂ ਕੀ ਹੋਇਆ ਸੀ। ਮੈਨੂੰ ਤੇ ਲੋਕ ਹੀ ਦੱਸਦੇ ਨੇ ਬਈ ਮੇਰਾ ਸ਼ਿਜਰਾ ਕਿੱਥੇ ਤੀਕਰ ਜਾਂਦਾ ਹੈ। ਇਹ ਕਹਿੰਦੇ ਨੇ ਕਿ ਮੈਂ 12 ਮਾਰਚ 1949 ਨੂੰ ਤੇ ਬਸ ਆਪਣੀ ਅਜੋਕੀ ਸ਼ਕਲ ਵਿੱਚ ਜੰਮੀ ਸਾਂ, ਕਰਾਚੀ ਦੇ ਅਸੈਂਬਲੀ ਚੈਂਬਰ ਵਿੱਚ। ਮੇਰਾ ਵੀ ਦੇਬਲ ਦੇ ਸਾਹਿਲ ਤੇ ਉਸ ਵੇਲੇ ਹੀ ਪੈ ਗਿਆ ਸੀ ਜਦੋਂ 712 ਵਿੱਚ ਮੁਹੰਮਦ ਬਿਨ ਕਾਸਿਮ ਅਰਬੀ ਨੇ ਹਮਲਾ ਕਰਕੇ ਇੱਥੋਂ ਦੇ ਸਿੰਧੀ ਰਾਜੇ ਦਾਹਿਰ ਨੂੰ ਢਾਇਆ ਤੇ ਫਿਰ ਸਿੰਧੀ ਲੋਕੀ ਹਿੰਦੂਓਂ ਮੁਸਲੇ ਹੋਣ ਲੱਗ ਪਏ। ਉਹ ਕਹਿੰਦੇ ਨੇ ਬਈ ਕਬੀਲੇ ਖੂਨ ਨਾਲ ਬਣਦੇ ਨੇ ਤੇ ਕੌਮਾਂ ਖਿਆਲ ਨਾਲ। बहुत अच्छी, वाह बहुत अच्छी, बहुत अच्छी। ਸੋ ਜਦੋਂ ਸਿੰਧੀਆਂ ਨੇ ਇਸਲਾਮ ਕਬੂਲ ਕਰ ਲਿਆ ਤੇ ਉਹਨਾਂ ਦਾ ਕਬੀਲਾ ਸਿੰਧੀ ਰਿਹਾ, ਪਰ ਕੌਮ ਸਿੰਧੀਓਂ ਬਦਲ ਕੇ ਮੁਸਲਮਾਨ ਹੋ ਗਈ। ਫਿਰ ਸਿੰਧੀ ਲੁਕਾਈ ਖਿਆਲ ਦੀ ਤਾਕਤ ਨਾਲ ਵੰਡੀ ਗਈ, ਵੱਡੀ ਗਈ। ਹੁਣ ਸਿੰਧ ਵਿੱਚ ਸਿੰਧੀ ਤੇ ਅਰਬੀ ਕੌਮਾਂ ਨਹੀਂ ਸਨ। ਬੁੱਧ, ਜੈਨ, ਹਿੰਦੂ ਤੇ ਮੁਸਲਮਾਨ ਕੌਮਾਂ ਵੀ ਨਹੀਂ ਸਨ। ਬਸ ਦੋ ਕੌਮਾਂ ਸਨ, ਮੁਸਲਮਾਨ ਕੌਮ ਤੇ ਕਾਫਿਰ ਕੌਮ। ਮੇਰੇ ਤੇ ਜੰਮਣ ਤੇ ਵੀ ਵੱਡੀ ਖਿੱਚ ਤਰੂਕ ਹੋਈ ਸੀ ਮੁਸਲਿਆਂ ਤੇ ਕਾਫਰਾਂ ਵਿੱਚ। ਪਹਿਲਾਂ ਪਹਿਲ ਤੇ ਮੈਨੂੰ ਇੰਝ ਜਾਪਿਆ ਬਈ ਇਹ ਕਾਲੇ ਤੇ ਗੋਰੇ ਪਏ ਲੜਦੇ ਨੇ। ਕਾਲੇ ਕਾਤਿਲ ਮੈਨੂੰ ਜੰਮਦੇ ਹੀ ਜਿਉਂਦਿਆਂ ਨੂੰ ਦਫਨ ਕਰ ਦੇਣਾ ਚਾਹੁੰਦੇ ਸਨ ਤੇ ਗੋਰੇ ਮੇਰੀਆਂ ਇੰਨੀਆਂ ਤਾਰੀਫਾਂ ਕਰਦੇ ਕਿ ਮੈਂ ਲੱਜਾ ਨਾਲ ਲਾਲ ਬੋਟੀ ਹੁੰਦੀ ਜਾਂਦੀ। ਕੁਝ ਚਿਰ ਪਿੱਛੋਂ ਮੈਨੂੰ ਇੰਝ ਜਾਪਣ ਲੱਗਿਆ ਕਿ ਇਹ ਬੰਗਾਲੀਆਂ ਤੇ ਗੈਰ ਬੰਗਾਲੀਆਂ ਦੀ ਛਿੰਝ ਏ। ਫਿਰ ਪਤਾ ਲੱਗਾ ਕਿ ਇਹ ਲਿਆਕਤ ਅਲੀ ਖਾਨ ਸਾਹਿਬ, ਬੜੇ ਗੋਰੇ ਤੇ ਸੋਹਣੇ, ਉਹ ਵੀ ਬੰਗਾਲ ਤੋਂ ਹੀ ਮੈਂਬਰ ਸਨ ਤੇ ਉਹਨਾਂ ਨੇ ਮੈਨੂੰ ਗੋਦੀ ਚੁੱਕਿਆ ਹੋਇਆ ਸੀ। बहुत अच्छी, बहुत अच्छी। ਚੜ੍ਹਦੇ ਪੰਜਾਬ ਦੇ ਵਲੈਤੋਂ ਪੜੇ ਨਵਾਬ ਪੂਰਬੀ ਬੰਗਾਲ ਤੋਂ ਕਿਉਂ ਮੈਂਬਰ ਸਨ, ਇਹ ਗੱਲ ਮੈਨੂੰ ਕਦੀ ਸਮਝ ਨਹੀਂ ਆਈ। ਕਈ ਲੋਕ ਤੇ ਕਹਿੰਦੇ ਨੇ ਕਿ ਨਵਾਬ ਸਾਹਿਬ ਲੈਂਦੇ ਤੇ ਕੀ, ਕਦੀ ਚੜ੍ਹਦੇ ਪੰਜਾਬ ਤੋਂ ਵੀ ਇਲੈਕਸ਼ਨ ਨਹੀਂ ਸੀ ਲੜਿਆ। बहुत अच्छी। ਉਹ ਤੇ ਹਮੇਸ਼ ਯੂਪੀ ਤੋਂ ਖਲੋਂਦੇ ਸਨ ਤੇ ਇਸ ਵਾਰੀ ਯਾਨੀ 1945 'ਚ ਵੀ ਉੱਥੋਂ ਹੀ ਜਿੱਤੇ ਸਨ। ਉਹਨਾਂ ਦਾ ਹਲਕਾ ਪਾਕਿਸਤਾਨ ਵਿੱਚ ਨਾ ਆਇਆ, ਇਸ ਲਈ ਉਹਨਾਂ ਬੰਗਾਲੀ ਮੈਂਬਰ ਦੀ ਸੀਟ ਖੋਲ੍ਹੀ। ਤੋਬਾ ਤੋਬਾ। ਇਹੋ ਜਿਹੀਆਂ ਖੌਫਨਾਕ ਗੱਲਾਂ ਆਮ ਤੌਰ 'ਤੇ ਸੁਰਖੇ ਕਰਦੇ ਸਨ। ਮੈਂ ਤੇ ਕੰਨ ਵੀ ਨਹੀਂ ਬੰਦ ਕਰ ਸਕਦੀ, ਇਸ ਲਈ ਮੈਨੂੰ ਤੇ ਸਭ ਕੁਝ ਹੀ ਸੁਣਨਾ ਪੈਂਦਾ ਹੈ। ਹੁਣ ਤੇ ਸੁਰਖਾ ਦਿਸਦਾ ਹੀ ਕੋਈ ਨਹੀਂ। ਕੋਈ ਮਾਰਕਸ ਜਾਂ ਮਾਓ ਦੀ ਗੱਲ ਕਰੇ ਵੀ ਤੇ ਸੰਤਰਾ ਜਿਹਾ ਹੀ ਦਿਸਦਾ ਹੈ। बहुत अच्छी, बहुत अच्छी, बहुत अच्छी। वाह वाह वाह। क्या नोआ है ये भी? हैं? क्या बात है, मेरे क्या बात है। ये भी शानदार। नोआ है ना? शानदार। एक फिक्र मिट गई यहाँ से। नजरियात खत्म हो गए। ਸੁਰਖੇ ਕਿਹੜੇ ਦੇਰੀਏ, ਮਰ ਗਏ ਮਰਦੂਦ, ਨਾ ਫਾਤਿਹਾ ਨਾ ਦਰੂਦ। ਤੇ ਫਿਰ ਵੇਖਿਆ ਕੁਛ ਮੁਸਲੇ ਵੀ ਕਾਫਰਾਂ ਨਾਲ ਰਲ ਕੇ ਮੈਨੂੰ ਮਾਰਨ ਦਾ ਪ੍ਰਬੰਧ ਕਰਨ ਦੇ ਚੱਕਰਾਂ 'ਚ ਸਨ। ਮੈਂ ਤੇ ਜੰਮਦੀਆਂ ਪੌਂਤਰੀਆਂ। ਅਸੈਂਬਲੀ ਚੈਂਬਰ ਵਿੱਚ 3 ਦਿਨ ਇਹੋ ਛਿੰਝ ਪਈ ਰਹੀ ਕਿ ਮੈਨੂੰ ਦਫਨਾਨਾ ਹੈ ਕਿ ਮੇਰਾ ਕੀਕਾ ਕਰਨਾ ਹੈ। बहुत ऐसे अच्छे, बहुत बहुत अच्छी। बड़ा अच्छा थी। वाह वाह वाह। ਐਸੇ ਦੌਰਾਨ ਮੈਂ ਸੁਣਿਆ ਕਈ ਕਾਫਿਰ ਤੇ ਹਾਸਾ ਮਜ਼ਾਕ ਕਰਦੇ ਸਨ ਕਿ ਪਾਕਿਸਤਾਨ ਜੰਮ ਤੇ ਪਿਆ ਹੈ ਪਰ ਅਜੇ ਮੁਸਲਾ ਨਹੀਂ ਹੋਇਆ, ਇਸ ਲਈ ਨਵਾਬ ਸਾਹਿਬ ਮੈਨੂੰ ਨੌਮੌਲੂਦ ਪਾਕਿਸਤਾਨ ਕੰਨੀ ਅਜ਼ਾਨ ਦੇ ਤੌਰ 'ਤੇ ਵਰਤਣਾ ਚਾਹੁੰਦੇ ਨੇ। ਪਹਿਲੇ ਦਿਨ ਹੀ 7 ਮਾਰਚ 1949 ਨੂੰ ਜਦੋਂ ਨਵਾਬ ਸਾਹਿਬ ਨੇ ਅਸੈਂਬਲੀ ਚੈਂਬਰ ਵਿੱਚ ਮੈਨੂੰ ਕੁੱਛੜ ਚੁੱਕ ਕੇ ਸਭ ਦੇ ਸਾਹਮਣੇ ਕੀਤਾ ਤੇ ਉਸ ਵੇਲੇ ਤੇ ਮੈਂ ਬਸ ਇਹੀ ਵੇਖਿਆ ਬਈ ਕੁਰਸੀਆਂ ਵਾਹ ਵਾਹੀ ਖਾਲੀ ਪਈਆਂ ਸਨ।
ਬੜੇ ਵਰਿਆਂ ਬਾਅਦ ਜਦੋਂ ਮੈਂ ਕਾਰਟੂਨ ਫਿਲਮ ਲਾਇਨ ਕਿੰਗ ਪਈ ਤੱਕਦੀ ਸਾਂ ਤੇ ਉਹ ਵਾਲਾ ਸੀਨ ਵੇਖ ਕੇ ਮੈਨੂੰ ਬਹੁਤ ਹਾਸਾ ਆਇਆ, ਜਿਸ ਵਿੱਚ ਸਿਆਣਾ ਬਾਂਦਰ ਰਫੀਕੀ ਸ਼ੇਰ ਦੇ ਬੱਚੇ ਸਿੰਬਾ ਨੂੰ ਚੁੰਝ ਵਾਲੀ ਚਟਾਨ 'ਤੇ ਲਿਆ ਕੇ ਗੋਦੀ ਚੁੱਕਦਾ ਹੈ ਤਾਂ ਸਾਰਾ ਬੇਲਾ ਉਹਨੂੰ ਵੇਖ ਲਵੇ। ਖਾਲੀ ਕੁਰਸੀਆਂ ਮੈਂ ਬਿਲਕੁਲ ਠੀਕ ਧਿਆਨੀਆਂ ਸਨ, ਕਿਉਂ ਜੇ ਮੇਰੇ 'ਤੇ ਸਭ ਤੋਂ ਪਹਿਲਾ ਇਤਰਾਜ਼ ਇਹੀ ਹੋਇਆ। ਇੱਕ ਬੰਗਾਲੀ ਮੈਂਬਰ ਸੀ ਪ੍ਰੇਮ ਹਰੀ ਵਰਮਾ। ਉਹਨੇ ਸਭ ਤੋਂ ਪਹਿਲਾਂ ਉੱਠ ਕੇ ਕਿਹਾ ਕਿ ਜਨਾਬੇ ਸਦਰ, ਮੈਨੂੰ ਇਤਰਾਜ਼ ਹੈ। ਅਸੈਂਬਲੀ ਦਾ ਸਦਰ ਯਾਨੀ ਸਪੀਕਰ ਉਸ ਵੇਲੇ ਮੌਲਵੀ ਤਮੀਜ਼ੁਦੀਨ ਸੀ, ਉਹੀ ਤਮੀਜ਼ੁਦੀਨ ਜਿਹਨੂੰ ਪਹਿਲਾਂ ਅਫਸਰਸ਼ਾਹੀ ਨੇ ਤੇ ਫਿਰ ਅਦਾਲਤ ਉਜ਼ਮਾ ਨੇ ਚੁੱਕ ਕੇ ਅਸੈਂਬਲੀਓਂ ਬਾਹਰ ਸੁੱਟਿਆ ਸੀ। ਹੁਣ ਮੈਂ ਉਹਨਾਂ ਵੇਲਿਆਂ ਬਾਰੇ ਸੋਚਨੀ ਹਾਂ ਤੇ ਸੁਪਨਾ ਜਿਹਾ ਹੀ ਲੱਗਦਾ ਹੈ, ਜਿਸ ਤਰ੍ਹਾਂ ਉਸ ਦਿਨ ਦੀ ਅਸੈਂਬਲੀ ਸੀ। ਸਦਾਰਤ ਇੱਕ ਬੰਗਾਲੀ ਮੁਸਲਮਾਨ ਕਰ ਰਿਹਾ ਸੀ, ਜਿਹੜਾ ਮੁਸਲਿਮ ਲੀਗ ਤੋਂ ਪਹਿਲਾਂ ਕਾਂਗਰਸ ਤੇ ਅੰਜੁਮਨ ਇਸਲਾਮੀਆ ਦਾ ਰੁਕਨ ਹੁੰਦਾ ਸੀ। ਉਸੇ ਦਿਨ ਸਰ ਜ਼ਫਰੁੱਲਾ ਖਾਨ ਨੇ ਮੈਂਬਰਾਂ ਦੇ ਰਜਿਸਟਰ 'ਤੇ ਸਾਈਨ ਕੀਤੇ ਸਨ। ਇਹੋ ਹੀ ਖਾਨ ਸਾਹਿਬ ਸਨ ਜਿਹੜੇ ਲਹਿੰਦੇ ਪੰਜਾਬ ਤੋਂ ਮੁਸਲਿਮ ਲੀਗ ਦੀ ਟਿਕਟ ਤੋਂ ਇੰਤਖਾਬ ਜਿੱਤ ਕੇ ਇਸ ਅਸੈਂਬਲੀ ਅਪੜੇ ਸਨ, ਮੁਸਲਮਾਨਾਂ ਦੀ ਸੀਟ 'ਤੇ ਜਿੱਤੇ ਸਨ ਤੇ ਹੁਣ ਰਜਿਸਟਰ 'ਤੇ ਸਾਈਨ ਵੀ ਬਤੌਰ ਮੁਸਲਿਮ ਮੈਂਬਰ ਕੀਤੇ ਸਨ। ਜੇ ਅੱਜ ਅਸੈਂਬਲੀ ਦੇ ਰਜਿਸਟਰ 'ਤੇ ਸਾਈਨ ਕਰਦੇ ਤੇ ਬਤੌਰ ਮਜ਼ਹਬੀ ਅਕਲੀਅਤ ਕਰਦੇ, ਨਹੀਂ ਤਾਂ ਜੇਲੇ ਜਾਂਦੇ, ਕਿਉਂ ਜੋ ਅਹਿਮਦੀ ਸਨ। ਇਸ ਤੋਂ ਪਹਿਲਾਂ ਮੁਸਲਿਮ ਲੀਗ ਦੇ ਸਦਰ ਤੇ ਹਿੰਦੁਸਤਾਨ ਦੀ ਫੈਡਰਲ ਕੋਰਟ ਦੇ ਜੱਜ ਵੀ ਰਹਿ ਚੁੱਕੇ ਸਨ। ਲੋਕੀ ਕਹਿੰਦੇ ਨੇ ਕਿ ਕਰਾਰਦਾਦ ਪਾਕਿਸਤਾਨ ਵੀ ਉਹਨਾਂ ਹੀ ਲਿਖੀ ਸੀ। ਪੰਜਾਬ ਤੇ ਬੰਗਾਲ ਦੀ ਵੰਡ ਤੇ ਬਾਉਂਡਰੀ ਕਮਿਸ਼ਨ ਦੇ ਅੱਗੇ ਪਾਕਿਸਤਾਨ ਦਾ ਕੇਸ ਪੇਸ਼ ਕਰਨ ਵਾਸਤੇ ਵੀ ਜਿਨਾਹ ਸਾਹਿਬ ਤੇ ਨਵਾਬ ਸਾਹਿਬ ਨੇ ਇਹਨਾਂ ਦਾ ਇੰਤਖਾਬ ਕੀਤਾ ਸੀ। ਪਾਕਿਸਤਾਨ ਬਣਨ ਤੋਂ ਬਾਅਦ ਖਾਨ ਸਾਹਿਬ ਪਾਕਿਸਤਾਨ ਦੇ ਵਜ਼ੀਰ ਖਾਰਜਾ ਬਣੇ ਤੇ ਉਹ ਪਹਿਲੇ ਏਸ਼ੀਆਈ ਸਨ ਜਿਹੜੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਸਦਰ ਰਹੇ। ਕਾਇਦ ਆਜ਼ਮ ਦਾ ਜਨਾਜ਼ਾ ਨਹੀਂ ਸੀ ਪੜ੍ਹਿਆ, ਫਿਰ ਵੀ ਪਾਕਿਸਤਾਨ ਦੀ ਅਸੈਂਬਲੀ ਵਿੱਚ ਗਰਜਦੇ ਫਿਰਦੇ ਸਨ। ਉਸੇ ਦਿਨ ਨਵਾਬ ਸਾਹਿਬ ਆਇਨ ਪਾਕਿਸਤਾਨ ਨੂੰ ਇਸਲਾਮੀ ਬੁਨਿਆਦਾਂ 'ਤੇ ਬਣਾਉਣ ਲਈ ਮੈਨੂੰ ਪੇਸ਼ ਕਰਦੇ ਸਨ ਤੇ ਉੱਥੇ ਹੀ ਅਸੈਂਬਲੀ ਦੇ ਹਿੰਦੂ ਮੈਂਬਰ ਮੇਰੀ ਬੜੀ ਜ਼ੋਰਦਾਰ ਮੁਖਾਲਫਤ ਪਏ ਕਰਦੇ ਸਨ। ਅਜੀਬ ਦਿਹਾੜੇ ਸਨ ਉਹ ਵੀ। ਸ਼੍ਰੀ ਪ੍ਰੇਮ ਹਰੀ ਵਰਮਾ ਜਿਹੜੇ ਪਾਕਿਸਤਾਨ ਦੀ ਪਹਿਲੀ ਦਸਤੂਰ ਅਸੈਂਬਲੀ ਦੇ ਬੰਗਾਲੀ ਹਿੰਦੂ ਮੈਂਬਰ ਸਨ, ਉਹਨਾਂ ਨੇ ਮੇਰੇ 'ਤੇ ਸਭ ਤੋਂ ਪਹਿਲਾਂ ਇਤਰਾਜ਼ ਕੀਤਾ। ਇਤਰਾਜ਼ ਇਹ ਕੀਤਾ ਕਿ ਨਵਾਬ ਸਾਹਿਬ ਨੇ ਮੈਨੂੰ ਲੁਕੋ ਕੇ ਰੱਖਿਆ ਹੋਇਆ ਸੀ। ਕਹਿੰਦੇ ਪਏ ਸਨ ਕਿ ਇਹ ਤੇ ਬਜਟ ਸੈਸ਼ਨ ਸੀ ਤੇ ਬਜਟ ਦੀ ਬਹਿਸ ਖਤਮ ਕਰਕੇ ਬਹੁਤ ਸਾਰੇ ਮੈਂਬਰ ਪਿੱਛਾ ਬੰਗਾਲ ਟੁਰ ਗਏ ਨੇ, ਕਿਉਂ ਜੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਕੋਈ ਕਰਾਰਦਾਦ ਦੇ ਮਕਾਸਦ ਵੀ ਹੈ ਜਿਹੜੀ ਕਿ ਮਨਜ਼ੂਰੀ ਲਈ ਅਸੈਂਬਲੀ 'ਚ ਪੇਸ਼ ਹੋਣੀ ਹੈ। ਫਿਰ ਸਰਿਸ ਚੰਦਰਾ ਚਟੋਪਧਾਇਆ ਕਹਿਣ ਲੱਗੇ ਕਿ ਅਸਾਂ ਤਾਂ ਚੜ੍ਹਦੇ ਬੰਗਾਲ ਤੋਂ ਬਜਟ 'ਤੇ ਗੱਲ ਕਰਨ ਆਏ ਸਾਂ, ਏਜੰਡੇ 'ਚ ਤੇ ਇਹੋ ਜਿਹੀ ਕਿਸੇ ਕਰਾਰਦਾਦ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਸਾਨੂੰ ਤਾਂ ਇਹੀ ਪਤਾ ਸੀ ਕਿ ਕਾਇਦ ਆਜ਼ਮ ਨੇ ਕਿਹਾ ਕਿ ਮਜ਼ਹਬ ਤੇ ਸਿਆਸਤ ਪਾਕਿਸਤਾਨ ਦੀ ਰਿਆਸਤ ਵਿੱਚ ਇੱਕ ਦੂਜੇ ਦੀ ਰਾਹ ਨਹੀਂ ਕੱਟਣਗੇ, ਪਰ ਇਹ ਕਰਾਰਦਾਦ ਤੇ ਪਾਕਿਸਤਾਨੀ ਸਿਆਸਤ ਦੀ ਬੁਨਿਆਦੀ ਮਜ਼ਹਬ 'ਤੇ ਰੱਖ ਰਹੀ ਹੈ। ਇਹਨੂੰ ਅਸੈਂਬਲੀ ਦੇ ਅਗਲੇ ਸੈਸ਼ਨ 'ਤੇ ਰੱਖੋ ਤਾਂ ਅਸੀਂ ਵੀ ਪਿੱਛੇ ਜਾ ਕੇ ਲੋਕਾਂ ਨਾਲ ਸਲਾਹ ਮਸ਼ਵਰਾ ਕਰ ਲਈਏ ਤੇ ਬਾਕੀ ਸਾਰੇ ਮੈਂਬਰ ਵੀ ਆ ਕੇ ਆਪਣੀ ਰਾਏ ਦੇ ਸਕਣ। ਨਵਾਬ ਸਾਹਿਬ ਨਾ ਮੰਨੇ, ਕਹਿਣ ਲੱਗੇ ਵੀ ਮੈਂ ਤੇ 4 ਦਿਨ ਪਹਿਲਾਂ ਹੀ ਇਹ ਕਰਾਰਦਾਦ ਬਹਿਸ ਲਈ ਜਮ੍ਹਾਂ ਕਰਾ ਦਿੱਤੀ ਸੀ, ਤਾਂ ਤੁਸੀਂ ਇਸ ਬਾਰੇ ਸੋਚ ਵਿਚਾਰ ਕਰ ਲਵੋ ਤੇ ਜੇ ਤੁਹਾਨੂੰ ਹੋਰ ਵੇਲਾ ਚਾਹੀਦਾ ਤੇ ਅਸਾਂ ਕੱਲ੍ਹ ਤੀਕਰ ਦਾ ਟਾਈਮ ਦੇ ਸਕਦੇ ਹਾਂ। ਮੌਲਵੀ ਸਾਹਿਬ ਨੇ ਇਸ ਗੱਲ 'ਤੇ ਵੋਟਿੰਗ ਕਰਾਤੀ ਕਿ ਕਰਾਰਦਾਦ ਬਹਿਸ ਲਈ ਅਗਲੇ ਮਹੀਨੇ ਦੀ 20 ਤਾਰੀਖ ਨੂੰ ਰੱਖੀ ਜਾਏ ਜਾਂ ਕੱਲ੍ਹ। ਅਸੈਂਬਲੀ ਦੇ ਮੈਂਬਰਾਂ ਨੇ ਕਿਹਾ ਕਿ ਇਹਨੂੰ ਹੁਣੇ ਅੰਨੇ ਬੰਨੇ ਲਾਓ, ਸੋ ਮੌਲਵੀ ਸਾਹਿਬ ਨੇ ਬਹਿਸ ਅਗਲੇ ਦਿਨ ਯਾਨੀ 8 ਮਾਰਚ 1949 ਨੂੰ ਰੱਖ ਲਈ। 1992 ਵਿੱਚ ਲਾਹੌਰ ਦੀ ਅਦਾਲਤ ਆਲੀਆ ਦੇ 3 ਮੈਂਬਰ ਫੁੱਲ ਬੈਂਚ ਨੇ ਮੇਰੇ ਬਾਰੇ ਇੱਕ ਫੈਸਲਾ ਕੀਤਾ। ਇਹ ਫੈਸਲਾ ਸਕੀਨਾ ਬੀਬੀ ਬਨਾਮ ਵਫਾਕੇ ਪਾਕਿਸਤਾਨ ਦੇ ਨਾਂ ਤੋਂ ਛਪਿਆ। ਇਸ ਫੈਸਲੇ ਨੇ ਤੇ ਮੈਨੂੰ ਆਇਨ ਦਾ ਵੀ ਪਿਓ ਬਣਾ ਦਿੱਤਾ। ਅਦਾਲਤ ਕਿਹਾ 1985 ਤੋਂ ਮੈਂ ਸਿਰਫ ਇੱਕ ਕਰਾਰਦਾਦ ਨਹੀਂ ਬਲਕਿ ਆਇਨ ਦਾ ਹਿੱਸਾ ਬਣ ਚੁੱਕੀ ਹਾਂ। ਮੈਂ ਆਇਨ ਦਾ ਹਿੱਸਾ ਨਹੀਂ ਸੀ ਬਣੀ, ਸਗੋਂ ਆਇਨ ਮੇਰਾ ਹਿੱਸਾ ਬਣ ਚੁੱਕਿਆ ਸੀ ਤੇ ਹੁਣ ਆਇਨ ਪਾਕਿਸਤਾਨ ਨੇ ਮੇਰੇ ਮੁਤਾਬਿਕ ਚੱਲਣਾ ਸੀ। ਉਂਝ ਤੇ ਇਹ ਫੈਸਲਾ ਬਾਅਦ ਵਿੱਚ ਸੁਪਰੀਮ ਕੋਰਟ ਉਲਟਾ ਛੱਡਿਆ ਸੀ, ਪਰ ਉਸ ਦਿਨ ਮੈਨੂੰ ਜ਼ਿਆਉਲ ਹਕ ਬੜਾ ਚੇਤੇ ਆਇਆ। ਉਹੀ ਤੇ ਸੀ ਜਿਹਨੇ 1985 ਵਿੱਚ ਮੈਨੂੰ ਆਇਨ ਨੂੰ ਮੇਰਾ ਹਿੱਸਾ ਬਣਾਇਆ ਸੀ। ਜ਼ਿਆ ਨੂੰ ਜਦੋਂ ਲੋਕੀ ਕੁੱਟੀ ਕੁੱਟੀ ਆਵਾਜ਼ ਵਿੱਚ ਜ਼ਿਆਉਲ ਹਕ ਸੁਰਮੇ ਦਾ ਟਰੱਕ ਕਹਿੰਦੇ ਸਨ ਤੇ ਮੈਨੂੰ ਬੜਾ ਹਾਸਾ ਆਉਂਦਾ ਸੀ।
ਪਰ ਇਹ ਗੱਲ ਮੈਨੂੰ ਕਦੀ ਸਮਝ ਨਹੀਂ ਆਈ ਕਿ ਉਹ ਜੋ ਪਾਕਿਸਤਾਨ ਦਾ ਜਰਨੈਲ ਸੀ ਤੇ ਇਸਲਾਮ ਦਾ ਸਿਪਾਹੀ ਕਿਉਂ ਸੀ। ਇੱਥੇ ਤੇ ਛੋਟੀ ਛੋਟੀ ਮਸੀਤਾਂ ਦੇ ਮੌਲਵੀ ਇਸਲਾਮ ਦੇ ਜਰਨੈਲ ਬਣੇ ਬੈਠੇ ਨੇ ਵਾਹ। ਤੇ ਉਹ ਤੇ ਬੜੀ ਵੱਡੀ ਸ਼ੈ ਸੀ। ਸ਼੍ਰੀ ਭੁਪਿੰਦਰਾ ਕੁਮਾਰ ਦਿੱਤਾ ਚੜ੍ਹਦੇ ਬੰਗਾਲ ਤੋਂ ਮੈਂਬਰ ਸਨ। ਕਹਿਣ ਲੱਗੇ ਕਿ ਸਿਆਸਤ ਤੇ ਮਜ਼ਹਬ ਦੇ ਮਿਲਾਪ ਤੋਂ ਦੋ ਮਸਲੇ ਹੁੰਦੇ ਨੇ। ਪਹਿਲਾਂ ਤਾਂ ਇਹ ਹੈ ਕਿ ਮਜ਼ਹਬ ਸਿਆਸਤ ਵਿੱਚੋਂ ਅਕਲ ਕੱਢ ਦਿੰਦਾ ਹੈ, ਤੇ ਇਸ ਤੋਂ ਦੂਜਾ ਮਸਲਾ ਜੰਮਦਾ ਹੈ ਕਿ ਜਦੋਂ ਮਜ਼ਹਬ ਦੀ ਤਸ਼ਰੀਹ ਅਕਲ ਤੋਂ ਨਹੀਂ ਹੋਵੇਗੀ ਤੇ ਫਿਰ ਸਿਆਸਤ ਦੀ ਵੀ ਤਸ਼ਰੀਹ ਅਕਲ ਨਾਲ ਨਹੀਂ ਹੋ ਸਕੇਗੀ, ਤੇ ਇਸ ਤਰ੍ਹਾਂ ਲੁਕਾਈ ਦੇ ਨੁਮਾਇੰਦੇ ਸਿਆਸਤ ਦੀ ਤਸ਼ਰੀਹ ਨਹੀਂ ਕਰ ਸਕਣਗੇ। ਮਜ਼ਹਬ ਦੇ ਨਾਲ ਨਾਲ ਫਿਰ ਸਿਆਸਤ ਦੀ ਤਸ਼ਰੀਹ ਵੀ ਮੌਲਵੀ ਕਰਨਗੇ। ਇਹ ਤੇ ਸਾਰਾ ਸਿਆਸੀ ਨਿਜ਼ਾਮ ਹੀ ਮੌਲਵੀਆਂ ਦੇ ਹੱਥ ਦੇਣ ਵਾਲੀ ਗੱਲ ਹੋਗੀ। ਬਹੁਤ ਉਸ ਵੇਲੇ ਮੈਨੂੰ ਇਹ ਗੱਲਾਂ ਉਪਰੀਆਂ ਲੱਗੀਆਂ ਸਨ, ਪਰ ਹੁਣ ਹਾਸਾ ਮੈਨੂੰ ਅਹਿਮਦੀਆਂ ਦੀ ਹਾਲਤ ਵੇਖ ਵੇਖ ਕੇ ਆਉਂਦਾ ਹੈ। ਜਦੋਂ ਮੈਂ ਵੇਖਨੀ ਹਾਂ ਉਹ ਕਿਨ ਚੋਰਾਂ ਮੰਗਰ ਜਾਨ ਲੁਕਾਉਂਦੇ ਫਿਰਦੇ ਨੇ, ਤੇ ਮੈਨੂੰ ਚੇਤੇ ਆਉਂਦੀ ਹੈ ਸਰ ਜ਼ਫਰੁੱਲਾ ਖਾਨ ਦੀ ਮੇਰੇ ਹੱਕ ਵਿੱਚ ਬੜੀ ਜ਼ੋਰਦਾਰ ਤਕਰੀਰ, ਜਿਹਦੇ 'ਚ ਉਹ ਹਿੰਦੂ ਮੈਂਬਰਾਂ ਨੂੰ ਯਕੀਨ ਪਏ ਦਿਵਾਉਂਦੇ ਸਨ ਕਿ ਮੈਨੂੰ ਆਇਨ ਵਿੱਚ ਪਾਉਣ ਨਾਲ ਨਾ ਤੇ ਮੌਲਵੀ ਸਿਆਸਤ 'ਤੇ ਗਾਲਿਬ ਆਏਗਾ ਤੇ ਨਾ ਹੀ ਗੈਰ ਮੁਸਲਮਾਨਾਂ ਨੂੰ ਕੋਈ ਤਕਲੀਫ ਹੋਏਗੀ। 5 ਦਿਨ ਮੇਰੇ ਉੱਤੇ ਬਹਿਸ ਮੁਬਾਹਿਸਾ ਹੁੰਦਾ ਰਿਹਾ। ਬੜੀਆਂ ਗੱਲਾਂ ਵੱਡੀਆਂ ਦਲੀਲਾਂ ਦਿੱਤੀਆਂ ਗਈਆਂ ਤੇ ਅਖੀਰ ਅਸੈਂਬਲੀ ਨੇ ਮੈਨੂੰ ਪਾਸ ਕਰ ਦਿੱਤਾ। ਮੇਰਾ ਸਭ ਤੋਂ ਭੈੜਾ ਹਾਲ 1972 ਵਿੱਚ ਹੋਇਆ। ਕਿੰਨਾ ਹੀ ਚਿਰ ਲੋਕੀ ਮੇਰੇ ਬਾਰੇ ਕੁੱਟੀ ਕੁੱਟੀ ਗੱਲ ਕਰਦੇ ਰਹੇ। ਪੱਲੇ ਨਾ ਪਿਆ ਮੇਰਾ ਸੋਸ਼ਲ ਸਟੇਟਸ ਇੱਕਦਮ ਘਟ ਕਿਉਂ ਗਿਆ। ਫਿਰ ਸਮਝ ਆਈ ਕਿ ਪਾਕਿਸਤਾਨ ਟੁੱਟਣ ਮਾਰੇ ਮੌਲਵੀ ਪੌਂਤਰੇ ਪਏ ਸਨ। ਹਿੰਦੁਸਤਾਨੀ ਉਹਨਾਂ ਦਾ ਹਾਸਾ ਉਡਾਉਂਦੇ ਸਨ। ਇਸ ਕਰਕੇ ਕੁਝ ਅਰਜ਼ਾ ਤੇ ਮੌਲਵੀ ਮੇਰਾ ਨਾਂ ਹੀ ਭੁੱਲ ਗਏ। ਫਿਰ ਉਹਨਾਂ ਪਹਿਲਾਂ ਤੋਂ ਵੀ ਵੱਧ ਮੇਰਾ ਵਿਰੋਧ ਛੋਇਆ। ਮੈਨੂੰ ਇੰਝ ਜਾਪਣ ਲੱਗਾ ਕਿ ਮੌਲਵੀ ਸੰਗੀ ਪਾੜ ਪਾੜ ਕੇ ਮੇਰੇ ਨਾਂ ਦੇ ਨਾਅਰੇ ਮਾਰਦੇ ਨੇ ਤਾਂ ਅਮਰ ਸੋਨਾ ਬੰਗਲਾ ਦਾ ਗੀਤ ਕਿਸੇ ਨੂੰ ਕੰਨੀ ਨਾ ਪੈ ਸਕੇ। ਤੇ ਆਹੀ ਹੋਇਆ। 5 ਵਰ੍ਹੇ ਬਾਅਦ ਹੀ ਲੋਕੀ ਇਹ ਸਵਾਲ ਚੁੱਕਣ ਦੇ ਬਜਾਏ ਕਿ ਬੰਗਲਾਦੇਸ਼ ਬਣਨ ਤੋਂ ਬਾਅਦ ਦੋ ਕੌਮੀ ਨਜ਼ਰੀਏ ਦਾ ਕੀ ਹੋਇਆ, ਇਸਲਾਮੀ ਨਿਜ਼ਾਮ ਦੇ ਕਿਆਮ ਲਈ ਇਸਲਾਮ ਦਾ ਸਿਪਾਹੀ ਲਿਆਏ ਜਿਨ੍ਹੇ ਮੁੰਤਖਬ ਵਜ਼ੀਰ ਆਜ਼ਮ ਨੂੰ ਫਾਹੇ ਲਾਇਆ ਤੇ ਲੁਕਾਈ ਦੇ ਚੂਤੜਾਂ ਤੇ ਹਦੂਦ ਦੇ ਨਾਂ ਤੇ ਕੋੜੇ ਮਰਵਾਏ। ਮੇਰਾ ਖਿਆਲ ਸੀ ਕਿ ਆਪਨੇ ਚੂਤੜ ਲਾਲ ਕਰਾ ਕੇ ਲੋਕਾਂ ਨੂੰ ਸਬਕ ਮਿਲ ਗਿਆ ਹੋਏਗਾ, ਪਰ 9/11 ਦੇ ਬਾਅਦ ਜਦੋਂ ਖੁਦਕੁਸ਼ ਬੰਬਾਰਾਂ ਨੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਮੋਮਨਾ ਨੇ ਇਹ ਪੁੱਛਣ ਦੇ ਬਜਾਏ ਕਿ ਇਹ ਕਿਹੜਾ ਜਿਹਾਦ ਹੈ ਜਿਹੜਾ ਮਾਸੂਮ ਮੁਸਲਿਆਂ, ਸਵਾਣੀਆਂ ਤੇ ਬਾਲਾਂ ਨੂੰ ਮਾਰ ਕੇ ਹੁੰਦਾ ਹੈ, ਇਹ ਕਹਿਣਾ ਸ਼ੁਰੂ ਕਰਤਾ ਕਿ ਇਹ ਸਭ ਕੁਝ ਮੇਰੀ ਨਾਕਦਰੀ ਵਜੋਂ ਪਿਆ ਹੁੰਦਾ ਹੈ। ਇਹ ਸੁਣਿਆ ਤੇ ਮੈਂ ਇੱਕ ਵਾਰੀ ਫੇਰ ਪੌਂਤਰੀ ਗਈ। ਬਸ ਇਸ ਵਾਰੀ ਮੈਨੂੰ ਸਮਝ ਨਾ ਆਇਆ ਕਿ ਮੈਂ ਹੱਸਾਂ ਜਾਂ ਰੋਵਾਂ। ਬਹੁਤ ਉਮਦਾ, ਬਹੁਤ ਉਮਦਾ।